ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਅੰਮ੍ਰਿਤਪਾਲ ਸਿੰਘ, ਵੋਕੇਸ਼ਨਲ ਅਧਿਆਪਕ, ਸਰਕਾਰੀ ਮਾਡਲ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਜਲੰਧਰ ਤੋਂ। ਅੱਜ ਮੈਂ ਤੁਹਾਨੂੰ ਇਮਾਰਤ ਦੇ ਢਾਂਚੇ ਬਾਰੇ ਦੱਸਾਂਗਾ। ਅਸੀਂ ਸਾਰੇ ਕਿਸੇ ਨਾ ਕਿਸੇ ਇਮਾਰਤ ਵਿੱਚ ਰਹਿੰਦੇ ਹਾਂ ਅਤੇ ਤੁਸੀਂ ਆਪਣੇ ਇਲਾਕੇ ਵਿੱਚ ਕਿਸੇ ਨਾ ਕਿਸੇ ਇਮਾਰਤ ਨੂੰ ਵੇਖਿਆ ਹੋਵੇਗਾ, ਜਿਵੇਂ ਕਿ ਸਿਨੇਮਾ ਘਰ, ਸ਼ਾਪਿੰਗ ਮਾਲ, ਹੋਸਟਲ, ਹਸਪਤਾਲ, ਕ੍ਰਿਕਟ ਸਟੇਡੀਅਮ, ਦਫ਼ਤਰ ਆਦਿ ਦੇ ਰੂਪ ਵਿੱਚ ਕਈ ਤਰ੍ਹਾਂ ਦੀਆਂ ਇਮਾਰਤਾਂ ਤੁਸੀਂ ਵੇਖੀਆਂ ਹੋਣਗੀਆਂ। ਇਮਾਰਤ ਸਮਾਜ ਦੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ ਹਨ। ਮੁੱਢਲੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਇਮਾਰਤ ਸਾਨੂੰ ਬਚਾਉਂਦੀ ਹੈ, ਸੁਰੱਖਿਆ ਦਿੰਦੀ ਹੈ ਅਤੇ ਨਿੱਜਤਾ ਦਿੰਦੀ ਹੈ। ਇਮਾਰਤ ਵਸਤਾਂ ਨੂੰ ਜਮ੍ਹਾਂ ਜਾਂ ਸਟੋਰ ਕਰਨ ਦੇ ਹਿੱਤ ਵਿੱਚ ਆਰਾਮ ਨਾਲ ਰਹਿਣ ਅਤੇ ਕੰਮ ਕਰਨ ਲਈ ਬਹੁਤ ਸਹਿਯੋਗ ਦਿੰਦੀਆਂ ਹਨ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਮਾਰਤ ਮਨੁੱਖ ਦੁਆਰਾ ਤਿਆਰ ਕੀਤਾ ਇੱਕ ਅਜਿਹਾ ਢਾਂਚਾ ਹੁੰਦਾ ਹੈ ਜਿਸ ਦੀ ਇੱਕ ਛੱਤ ਅਤੇ ਦੀਵਾਰਾਂ ਹੁੰਦੀਆਂ ਹਨ, ਜੋ ਕਿ ਇੱਕ ਸਥਾਨ ਉੱਤੇ ਲਗਭਗ ਪੱਕੇ ਤੌਰ 'ਤੇ ਖੜ੍ਹਾ ਰਹਿੰਦਾ ਹੈ, ਜਿਵੇਂ ਕਿ ਇੱਕ ਘਰ ਜਾਂ ਫੈਕਟਰੀ। ਇਮਾਰਤ ਦੇ ਰੂਪ, ਆਕਾਰ ਅਤੇ ਕਾਰਜ ਉਦੇਸ਼ ਦੇ ਆਧਾਰ 'ਤੇ ਕਈ ਕਿਸਮਾਂ ਹੋ ਸਕਦੀਆਂ ਹਨ, ਜਿਵੇਂ ਕਿ ਬੱਚਿਆਂ ਨੂੰ ਪੜ੍ਹਾਈ ਦੇਣ ਲਈ ਆਪਾਂ ਸਕੂਲ ਤਿਆਰ ਕਰਦੇ ਹਾਂ, ਮਰੀਜ਼ਾਂ ਨੂੰ ਦੇ ਇਲਾਜ ਲਈ ਆਪਾਂ ਹਸਪਤਾਲ ਤਿਆਰ ਕਰਦੇ ਹਾਂ, ਅਤੇ ਕਿਸੇ ਵੀ ਤਰ੍ਹਾਂ ਦੀ ਸ਼ਾਪਿੰਗ ਵਾਸਤੇ ਜਾਂ ਕਿਸੇ ਵੀ ਤਰ੍ਹਾਂ ਦੀ ਖਰੀਦ ਫਰੋਖਤ ਵਾਸਤੇ ਆਪਾਂ ਸ਼ਾਪਿੰਗ ਮਾਲ ਤਿਆਰ ਕਰਦੇ ਹਾਂ, ਅਤੇ ਆਪਣੇ ਰਹਿਣ ਵਾਸਤੇ ਅਸੀਂ ਘਰ ਤਿਆਰ ਕਰਦੇ ਹਾਂ। ਹੁਣ ਇਮਾਰਤ ਦੇ ਦੋ ਪ੍ਰਕਾਰ ਹੁੰਦੇ ਹਨ, ਇੱਕ ਸੁਪਰ ਸਟਰਕਚਰ ਅਤੇ ਸਬ ਸਟਰਕਚਰ, ਜਿਸ ਨੂੰ ਆਪਾਂ ਸਰਬ ਉੱਚ ਢਾਂਚਾ ਸੁਪਰ ਸਟਰਕਚਰ ਨੂੰ ਅਤੇ ਉਪ ਢਾਂਚਾ ਸਬ ਸਟਰਕਚਰ ਨੂੰ ਕਿਹਾ ਜਾਂਦਾ ਹੈ। ਜ਼ਮੀਨ ਤੋਂ ਉੱਪਰ ਦੋਵੇਂ ਹੀ ਤਿਆਰ ਕੀਤੇ ਜਾਂਦੇ ਹਨ। ਜ਼ਮੀਨ ਤੋਂ ਉੱਪਰ ਪਲਿੰਥ ਲੈਵਲ ਤਿਆਰ ਕੀਤਾ ਜਾਂਦਾ ਹੈ, ਜਿਸ ਉੱਪਰ ਸੁਪਰ ਸਟਰਕਚਰ ਵੀ ਤਿਆਰ ਕੀਤਾ ਜਾਂਦਾ ਹੈ ਅਤੇ ਸਬ ਸਟਰਕਚਰ ਵੀ ਤਿਆਰ ਕੀਤਾ ਜਾਂਦਾ ਹੈ। ਇਮਾਰਤ ਦੇ ਕਈ ਹਿੱਸੇ ਹੁੰਦੇ ਹਨ। ਸਭ ਤੋਂ ਪਹਿਲਾਂ ਨੀਂਹ ਨੂੰ ਆਪਾਂ ਕਹਿੰਦੇ ਹਾਂ ਫਾਊਂਡੇਸ਼ਨ। ਉਸ ਤੋਂ ਬਾਅਦ ਆਧਾਰ ਹੁੰਦਾ ਹੈ ਸਾਡਾ ਪਲਿੰਥ। ਉਸ ਤੋਂ ਬਾਅਦ ਛੱਤ, ਉਸ ਤੋਂ ਬਾਅਦ ਦੀਵਾਰ ਜਿਹਨੂੰ ਆਪਾਂ ਵਾਲ ਕਹਿੰਦੇ ਹਾਂ, ਉਸ ਤੋਂ ਬਾਅਦ ਫਰਸ਼ ਜਿਹਨੂੰ ਆਪਾਂ ਫਲੋਰ ਕਹਿੰਦੇ ਹਾਂ, ਉਸ ਤੋਂ ਬਾਅਦ ਦਰਵਾਜ਼ੇ ਅਤੇ ਖਿੜਕੀਆਂ, ਡੋਰਸ ਐਂਡ ਵਿੰਡੋਜ਼, ਉਸ ਤੋਂ ਬਾਅਦ ਪੌੜੀਆਂ ਅਤੇ ਉਸ ਤੋਂ ਬਾਅਦ ਆਰਚਿਸ ਐਂਡ ਲਿੰਟਲਸ। ਹੁਣ ਸਭ ਤੋਂ ਪਹਿਲਾਂ ਤੁਹਾਨੂੰ ਨੀਂਹ ਬਾਰੇ ਜਾਣਕਾਰੀ ਦੇਵਾਂਗੇ। ਇਹ ਢਾਂਚੇ ਦਾ ਕੁੱਲ ਭਾਰ ਸਹਿੰਦੀ ਹੈ। ਇਸ ਨੂੰ ਮਿੱਟੀ ਦੀਆਂ ਕਠੋਰ ਤਹਿਾਂ ਤੱਕ ਪਹੁੰਚਾਇਆ ਜਾਂਦਾ ਹੈ। ਇਸ ਪ੍ਰਕਾਰ ਦੇ ਢਾਂਚੇ ਨੂੰ ਨੀਂਹ ਢਾਂਚਾ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਕਿਸੇ ਵੀ ਢਾਂਚੇ ਨੂੰ ਤਿਆਰ ਕਰਨ ਲਈ ਉਸ ਦੀ ਨੀਂਹ ਦਾ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਦੀ ਜਿਹੜੀ ਨੀਂਹ ਹੈ ਉਹ ਕਿਸ ਤਰ੍ਹਾਂ ਦੇ ਢਾਂਚੇ ਲਈ ਸੂਟੇਬਲ ਹੈ। ਘਰਾਂ ਵਾਸਤੇ ਅਲੱਗ ਪ੍ਰਕਾਰ ਦੀ ਨੀਂਹ ਤਿਆਰ ਕੀਤੀ ਜਾਂਦੀ ਹੈ ਅਤੇ ਵੱਡੀਆਂ ਬਿਲਡਿੰਗਾਂ ਵਾਸਤੇ ਅਲੱਗ ਪ੍ਰਕਾਰ ਦੀ ਨੀਂਹ ਤਿਆਰ ਕੀਤੀ ਜਾਂਦੀ ਹੈ। ਨੀਂਹ ਦੇ ਕੁਝ ਐਗਜ਼ਾਮਪਲ ਹਨ, ਜਿਵੇਂ ਰਾਫਟ ਫਾਊਂਡੇਸ਼ਨ ਅਤੇ ਆਈਸੋਲੇਟਡ ਫਾਊਂਡੇਸ਼ਨ। ਦੂਸਰਾ ਆਧਾਰ ਹੈ ਪਲਿੰਥ। ਪਲਿੰਥ ਲੈਵਲ ਉਹ ਲੈਵਲ ਹੈ ਜਿਸ ਲੈਵਲ ਉੱਤੇ ਕਿਸੇ ਵੀ ਘਰ ਦਾ ਫਰਸ਼ ਤਿਆਰ ਕੀਤਾ ਜਾਂਦਾ ਹੈ। ਇਹ ਸਰਬ ਉੱਚ ਢਾਂਚੇ ਸੁਪਰ ਸਟਰਕਚਰ ਅਤੇ ਉਪ ਢਾਂਚੇ ਸਬ ਸੁਪਰ ਸਟਰਕਚਰ ਦੇ ਵਿਚਕਾਰ ਦਾ ਭਾਗ ਹੁੰਦਾ ਹੈ। ਇਹ ਜ਼ਮੀਨੀ ਪੱਧਰ ਤੋਂ ਲੇਟਵੇਂਦਾਰ ਰੁੱਖ ਵਿੱਚ ਬਣਾਇਆ ਗਿਆ ਪੱਧਰ ਜਾਂ ਲੈਵਲ ਹੁੰਦਾ ਹੈ, ਜਿਸ ਵਿੱਚ ਮਿੱਟੀ ਦੀ ਭਰਾਈ ਮਲਬੇ ਦੁਆਰਾ ਕੀਤੀ ਜਾਂਦੀ ਹੈ ਅਤੇ ਉਸ ਦੇ ਉੱਪਰ PCC ਪਾਈ ਜਾਂਦੀ ਹੈ। PCC ਯਾਨੀ ਪਲੇਨ ਸੀਮੈਂਟ ਕੰਕਰੀਟ। ਉਸ ਤੋਂ ਬਾਅਦ ਤੁਹਾਨੂੰ ਦੀਵਾਰ ਬਾਰੇ ਦੱਸਿਆ ਜਾਏਗਾ। ਦੀਵਾਰਾਂ ਇਹ ਕਿਸੇ ਕਮਰੇ ਦੇ ਪਾਸਿਆਂ ਜਾਂ ਸਾਈਡਾਂ ਨੂੰ ਬੰਦ ਕਰਦੀਆਂ ਹਨ ਅਤੇ ਮੌਸਮੀ ਪ੍ਰਭਾਵਾਂ ਤੋਂ ਬਚਾਉਂਦੀਆਂ ਹਨ ਅਤੇ ਨਿੱਜਤਾ ਅਤੇ ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਦੀਵਾਰ ਕਮਰੇ ਨੂੰ ਭਾਗਾਂ ਵਿੱਚ ਵੀ ਵੰਡਦੀ ਹੈ। ਜੋ ਦੀਵਾਰ ਇੱਕ ਕਮਰੇ ਨੂੰ ਦੋ ਕਮਰਿਆਂ ਨੂੰ 3 ਭਾਗਾਂ ਵਿੱਚ ਵੰਡਦੀ ਹੈ, ਉਸ ਦੀਵਾਰ ਨੂੰ ਪਾਰਟੀਸ਼ਨ ਵਾਲ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਫਰਸ਼, ਜਿਹਨੂੰ ਆਪਾਂ ਫਲੋਰ ਕਹਿੰਦੇ ਹਾਂ, ਇਹ ਸਰਬ ਉੱਚ ਢਾਂਚੇ ਦਾ ਲੇਟਵੇਂਦਾਰ ਰੁੱਖ ਵਾਲਾ ਭਾਗ ਹੁੰਦਾ ਹੈ, ਜਿਸ ਨੂੰ ਅਸੀਂ ਹੌਰੀਜ਼ੌਂਟਲ ਕਹਿੰਦੇ ਹਾਂ।
ਇਹ ਉਹ ਹੌਰੀਜ਼ੌਂਟਲ ਭਾਗ ਹੁੰਦਾ ਹੈ ਜਿਸ ਨੂੰ ਇਨਸਾਨ ਆਪਣੇ ਤੁਰਨ ਫਿਰਨ ਜਾਂ ਸਮਾਨ ਰੱਖਣ ਲਈ ਤਿਆਰ ਕਰਦਾ ਹੈ। ਜ਼ਮੀਨੀ ਮੰਜ਼ਿਲ ਗਰਾਊਂਡ ਫਲੋਰ ਲਈ ਆਧਾਰ ਜਾਂ ਪਲਿੰਥ ਦੀ ਸਭ ਤੋਂ ਉੱਪਰਲੀ ਸਤਹ ਨੂੰ ਟਾਈਲਾਂ ਨਾਲ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਕਠੋਰ ਸਮੱਗਰੀ ਨਾਲ ਤਿਆਰ ਕੀਤਾ ਜਾ ਸਕਦਾ ਹੈ, ਜਿਵੇਂ ਕਿ ਮਾਰਬਲ ਫਰਸ਼ ਜਾਂ ਗ੍ਰੇਨਾਈਟ ਫਰਸ਼। ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਛੱਤ ਬਾਰੇ, ਜਿਸ ਨੂੰ ਟੈਕਨੀਕਲ ਲੈਂਗੁਏਜ ਵਿੱਚ ਰੂਫ ਕਿਹਾ ਜਾਂਦਾ ਹੈ। ਢਾਂਚੇ ਨੂੰ ਮੀਂਹ ਅਤੇ ਤੇਜ਼ ਧੁੱਪ ਤੋਂ ਬਚਾਉਣ ਲਈ ਅਤੇ ਲੰਬਕਾਰ ਵਿਭਾਜਨ ਬਣਾਉਣ ਲਈ ਇੱਕ RCC ਸਲੈਬ ਉਪਲਬਧ ਕਰਵਾਈ ਜਾਂਦੀ ਹੈ, ਜਿਸ ਵਿੱਚ ਸੀਮੈਂਟ, ਕੰਕਰੀਟ ਅਤੇ ਲੋੜੀਂਦੀ ਮਾਤਰਾ ਵਿੱਚ ਸਰੀਏ ਪਾਏ ਗਏ ਹੁੰਦੇ ਹੈ। ਕੰਕਰੀਟ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਹੁੰਦੀ ਹੈ RCC ਕੰਕਰੀਟ, ਇੱਕ ਹੁੰਦੀ ਹੈ CC। RCC ਹੁੰਦੀ ਹੈ ਰੀਇਨਫੋਰਸਮੈਂਟ ਸੀਮੈਂਟ ਕੰਕਰੀਟ ਅਤੇ ਇੱਕ ਹੁੰਦੀ ਹੈ ਸਿੰਪਲ ਕੰਕਰੀਟ। ਸਿੰਪਲ ਕੰਕਰੀਟ ਜੋ ਹੈ ਉਹ ਨੀਚੇ ਫਰਸ਼ ਪਾਉਣ ਲਈ ਵੀ ਪਾਈ ਜਾ ਸਕਦੀ ਹੈ, ਲੇਕਿਨ RCC ਹੁੰਦੀ ਹੈ ਰੀਇਨਫੋਰਸਮੈਂਟ ਕੰਕਰੀਟ। ਰੀਇਨਫੋਰਸਮੈਂਟ ਕੰਕਰੀਟ ਉਹ ਕੰਕਰੀਟ ਹੁੰਦੀ ਹੈ ਜਿਸ ਵਿੱਚ ਸਰੀਏ ਦਾ ਉਪਯੋਗ ਕੀਤਾ ਗਿਆ ਹੋਵੇ। ਜਿਸ ਕੰਕਰੀਟ ਵਿੱਚ ਸਰੀਏ ਦਾ ਉਪਯੋਗ ਕੀਤਾ ਗਿਆ ਹੋਵੇ ਉਸ ਨੂੰ RCC ਕਿਹਾ ਜਾਂਦਾ ਹੈ। ਅਤੇ ਜਿਸ ਕੰਕਰੀਟ ਵਿੱਚ ਸਰੀਏ ਦਾ ਉਪਯੋਗ ਨਾ ਕੀਤਾ ਗਿਆ ਹੋਵੇ ਉਸ ਨੂੰ ਆਮ ਕੰਕਰੀਟ ਸਿੰਪਲ ਕੰਕਰੀਟ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਪੌੜੀਆਂ ਬਾਰੇ। ਇਹ ਇਮਾਰਤ ਦਾ ਇੱਕ ਅਜਿਹਾ ਭਾਗ ਹੁੰਦਾ ਹੈ ਜਿਸ ਵਿੱਚ ਪੌੜੀ ਸਥਿਤ ਹੁੰਦੀ ਹੈ। ਇਹ ਪੌੜੀਆਂ ਜਾਂ ਕਦਮਾਂ ਦਾ ਇੱਕ ਕੰਮ ਹੁੰਦਾ ਹੈ ਜਿਸ ਨੂੰ ਫਰਸ਼ ਤੋਂ ਉੱਪਰਲੀਆਂ ਮੰਜ਼ਲਾਂ ਤੱਕ ਪਹੁੰਚਾਉਣ ਲਈ ਜਾਂ ਉੱਪਰ ਤੋਂ ਹੇਠਾਂ ਤੱਕ ਆਉਣ ਦੇ ਮੰਤਵ ਵਜੋਂ ਵਰਤਿਆ ਜਾਂਦਾ ਹੈ। ਪੌੜੀਆਂ ਘਰ ਵਿੱਚ ਬਹੁਤ ਜ਼ਰੂਰੀ ਹੁੰਦੀਆਂ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਛੱਤ ਦੀ ਮੁਰੰਮਤ ਜਾਂ ਬਰਸਾਤਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਛੱਤ ਦੇ ਵਿੱਚ ਕੋਈ ਬਲੋਕੇਜ ਹੋ ਜਾਵੇ ਤਾਂ ਪੌੜੀਆਂ ਦੇ ਰਸਤੇ ਉੱਪਰ ਜਾ ਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਛੱਤ ਹੈ ਉਸ ਦੀ ਸਫਾਈ ਕੀਤੀ ਜਾ ਸਕਦੀ ਹੈ। ਆਰਚਸ ਐਂਡ ਲਿੰਟਲਸ, ਇਹ ਇੱਕ ਖੁੱਲ੍ਹਣ ਵਾਲੀ ਥਾਂ ਉੱਤੇ ਬਣਾਏ ਜਾਂਦੇ ਹਨ ਅਤੇ ਇਸ ਰੂਪ ਵਿੱਚ ਬਣਾਏ ਜਾਂਦੇ ਹਨ ਕਿ ਦਰਵਾਜ਼ੇ ਅਤੇ ਖਿੜਕੀਆਂ ਦੇ ਖੁੱਲ੍ਹਣ ਵਾਲੇ ਸਥਾਨ ਤੱਕ ਫੈਲਿਆ ਹੋਵੇ ਅਤੇ ਖੁੱਲ੍ਹਣ ਵਾਲੇ ਸਥਾਨ ਉੱਤੇ ਪੈਣ ਵਾਲੇ ਪੂਰੇ ਭਾਰ ਨੂੰ ਸਹਿ ਸਕੇ। ਜਿਵੇਂ ਕਿ ਆਪਾਂ ਕਿਸੇ ਵੀ ਘਰ ਵਿੱਚ ਖਿੜਕੀਆਂ ਬਣਾਉਣੀਆਂ ਹਨ ਜਾਂ ਦਰਵਾਜ਼ੇ ਲਗਾਉਣੇ ਹਨ, ਉਹਨਾਂ ਦਰਵਾਜ਼ਿਆਂ ਦੀ ਚੌਖਾਟ ਤੋਂ ਉੱਪਰ ਲਿੰਟਲ ਬਣਾਏ ਜਾਂਦੇ ਹਨ। ਲਿੰਟਲ ਇੱਕ ਸੀਮੈਂਟ ਕੰਕਰੀਟ ਦਾ ਸਲੈਬ ਪਾਈ ਜਾਂਦੀ ਹੈ ਛੋਟੀ ਜਿਹੀ, ਉਸ ਵਿੱਚ ਸਰੀਏ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਭਾਰ ਹੈ ਜੋ ਉਹ ਸਾਡੇ ਦਰਵਾਜ਼ਿਆਂ ਦੇ ਉੱਪਰ ਜਾਂ ਸਾਡੀ ਖਿੜਕੀਆਂ ਦੇ ਉੱਪਰ ਨਾ ਆਵੇ, ਤਾਂ ਜੋ ਸਾਡੇ ਕਿਸੇ ਵੀ ਘਰ ਦੀ ਜਿਹੜੀ ਚੌਖਾਟ ਹੈ ਉਸ ਨੂੰ ਕਿਸੇ ਤਰ੍ਹਾਂ ਦੀ ਹਾਨੀ ਨਾ ਪਹੁੰਚੇ। ਧੰਨਵਾਦ ਜੀ।